ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ। ਇੱਕ ਵਾਰ ਬਾਬਾ ਜੀ ਕਲੇਰਾਂ ਵਾਲੇ ਕਲੇਰਾਂ ਤੋਂ ਸੰਗਤ ਨਾਲ ਲੈ ਕੇ ਦਰਸ਼ਨ ਕਰਨ ਆਏ। ਕੁਝ ਕਲੇਰਾਂ ਦੇ ਪ੍ਰੇਮੀ ਬਚਨ ਸਿੰਘ ਔਲਖ, ਕਿਹਰ ਸਿੰਘ ਸੁਖਮਨੀਆਂ ਅਤੇ ਗਾਲਬ ਕਲਾ ਤੋਂ ਜ਼ੈਲਦਾਰ ਜੋਗਿੰਦਰ ਸਿੰਘ ਕਿੱਲੀ, ਚਾਲਾ ਤੋਂ ਹਰਨਾਮ ਸਿੰਘ ਸਿਤਾਰਾ ਵਾਲਾ, ਇਤਨੇ ਕੁ ਪ੍ਰੇਮੀਆਂ ਦੇ ਨਾਮ ਦਾ ਪਤਾ ਲੱਗ ਸਕਿਆ। ਭੁੱਚੋ ਪਹੁੰਚਣ ਉਪਰੰਤ ਬਾਬਾ ਜੀ ਕਲੇਰਾਂ ਵਾਲਿਆਂ ਨੇ ਸੰਗਤ ਨੂੰ ਬਾਬਾ ਮਹਾ ਹਰਨਾਮ ਸਿੰਘ ਜੀ ਦੀ ਮਰਿਆਦਾ ਦੇ ਅਨੁਸਾਰ ਨਾਮ ਪਤੇ ਵਗੈਰਾ ਲਿਖਵਾਏ ਤੇ ਲੰਗਰ ਛਕਣ ਦਾ ਹੁਕਮ ਹੋਇਆ। ਤੇ ਬਾਅਦ ਵਿੱਚ ਜਦੋਂ ਰਾਤ ਆਈ ਤਾਂ ਗਾਲਬ ਵਾਲੇ ਸਰਦਾਰ ਜੋਗਿੰਦਰ ਸਿੰਘ ਉਹਨਾਂ ਨੂੰ ਘਰ ਜਾ ਕੇ ਮੰਜੇ ਤੇ ਪੈਣ ਦਾ ਹੁਕਮ ਹੋਇਆ ਤੇ ਉਹ ਇਕੱਲਾ ਸੰਗਦਾ ਜਾਵੇ ਨਾ, ਬਾਰ-ਬਾਰ ਕਹਿਣ ਤੇ ਚਲਿਆ ਗਿਆ। ਅਗਲੇ ਦਿਨ ਸੰਗਤ ਨੇ ਜਾਣ ਦੀ ਆਗਿਆ ਮੰਗੀ। ਬਾਬਾ ਜੀ ਨੇ ਆਗਿਆ ਦੇ ਦਿੱਤੀ। ਇਹਨਾਂ ਤੋਂ ਬਾਅਦ ਕਿੱਲੀ ਚਾਲਾਂ ਵਾਲਾ ਹਰਨਾਮ ਸਿੰਘ ਬਾਬਾ ਮਹਾ ਹਰਨਾਮ ਸਿੰਘ ਜੀ ਮਹਾਰਾਜ ਕੋਲ ਇਕੱਲਾ ਜਾ ਕੇ ਕਹਿਣ ਲੱਗਾ, ਜੀ ਮੈਨੂੰ ਵੀ ਆਗਿਆ ਹੈ। ਬਾਬਾ ਜੀ ਕਹਿਣ ਲੱਗੇ, ਤੂੰ ਕੌਣ ਹੈ? ਉਸਨੇ ਦੱਸਿਆ, ਮੈਂ ਕਲੇਰਾਂ ਵਾਲੇ ਮਹਾਂਪੁਰਸ਼ਾਂ ਨਾਲ ਆਇਆ ਹਾਂ। ਫਿਰ ਉਸਨੂੰ ਪੁੱਛਿਆ ਕਿ ਤੇਰਾ ਨਾਮ ਕੀ ਹੈ, ਕੀ ਕੰਮ ਕਰਦਾ ਹੈ? ਉਸ ਦੇ ਦੱਸਣ ਉਪਰੰਤ ਬਾਬਾ ਜੀ ਬੋਲੇ, ਤੈਨੂੰ ਜਾਣ ਦੀ ਆਗਿਆ ਨਹੀਂ। ਉਸਨੇ ਨਾਲ ਦੀ ਸੰਗਤ ਕੋਲ ਆ ਕੇ ਦੱਸਿਆ ਕਿ ਮੈਨੂੰ ਜਾਣ ਦੀ ਆਗਿਆ ਨਹੀਂ, ਮੈਨੂੰ ਰਹਿਣਾ ਬੜਾ ਮੁਸ਼ਕਿਲ ਹੈ, ਮੈਨੂੰ ਆਗਿਆ ਦਿਵਾਓ। ਤਾਂ ਸੰਗਤ ਨੇ ਉਸਨੂੰ ਟੋਕਿਆ ਅਤੇ ਕਿਹਾ ਕਿ ਜਦੋਂ ਪਹਿਲਾਂ ਸਾਰੀ ਸੰਗਤ ਨੇ ਆਗਿਆ ਲੈ ਲਈ ਸੀ ਤੇ ਤੂੰ ਵਿੱਚ ਹੀ ਸੀ, ਤੂੰ ਫਿਰ ਇਕੱਲੇ ਨੇ ਕਿਉਂ ਪੁੱਛਿਆ? ਤੇ ਉਸਨੇ ਵਿਚਲੀ ਗੱਲ ਫੇਰ ਦੱਸੀ ਕਿ ਮੈਂ ਤਾਂ ਵੇਖਿਆ ਸੀ ਇਹਨਾਂ ਕੋਲ ਮਾਇਆ ਦਾ ਵਰਤਾਰਾ ਖੁੱਲ੍ਹਾ ਹੈ, ਕੁਝ ਰੁਪਏ ਇੱਥੋਂ ਮਿਲ ਜਾਣਗੇ। ਤਾਂ ਸੰਗਤ ਨੇ ਕਿਹਾ ਕਿ ਅਸੀਂ ਤਾਂ ਹੁਣ ਕੁਝ ਨਹੀਂ ਕਰ ਸਕਦੇ ਤੇ ਆਪਾਂ ਸਾਰੇ ਕਲੇਰਾਂ ਵਾਲੇ ਸੰਤਾਂ ਨੂੰ ਹੀ ਬੇਨਤੀ ਕਰਾਂਗੇ। ਫਿਰ ਸੰਗਤ ਨੇ ਕਲੇਰਾਂ ਵਾਲੇ ਮਹਾਂਪੁਰਸ਼ਾਂ ਕੋਲ ਸਾਰੀ ਹਕੀਕਤ ਦੱਸੀ। ਸੁਣ ਕੇ ਬਾਬਾ ਜੀ ਬੋਲੇ, ਇਸਨੇ ਮਾੜਾ ਕੰਮ ਕੀਤਾ। ਤੇ ਫਿਰ ਜਾਣ ਸਮੇਂ ਬਾਬਾ ਜੀ ਨੇ ਇਸ ਕਿੱਲੀ ਵਾਲੇ ਸਿੰਘ ਦਾ ਜ਼ਿਕਰ ਕੀਤਾ ਕਿ ਮਹਾਰਾਜ ਜੀ ਉਸਨੂੰ ਵੀ ਆਗਿਆ ਦੇ ਦਿਓ। ਤਾਂ ਭੁੱਚੋ ਵਾਲੇ ਬਾਬਾ ਜੀ ਨੇ ਫਰਮਾਇਆ, ਤੁਹਾਡੇ ਕੋਲ ਉਹ ਕੀ ਕਰਦਾ ਹੈ? ਕਲੇਰਾਂ ਵਾਲੇ ਬਾਬਾ ਜੀ ਨੇ ਦੱਸਿਆ ਕਿ ਕਦੇ-ਕਦੇ ਸਾਨੂੰ ਸਿਤਾਰ ਤੇ ਕੀਰਤਨ ਸੁਣਾ ਦਿੰਦਾ ਹੈ। ਤਾਂ ਅੱਗੋਂ ਭੁੱਚੋ ਵਾਲੇ ਬਾਬਾ ਜੀ ਕਹਿਣ ਲੱਗੇ, ਚਲੋ ਸਾਨੂੰ ਵੀ 40 ਕੁ ਦਿਨ ਸਿਤਾਰ ਸੁਣ ਲੈਣ ਦਿਓ, ਸਾਡਾ ਵੀ ਜੀ ਕਰਦਾ ਹੈ, ਪਰ ਇਸ ਨੂੰ ਤਾਂ ਆਗਿਆ 40 ਦਿਨ ਬਾਅਦ ਹੀ ਹੋਵੇਗੀ। ਤੇ ਨਾਲ ਬਚਨ ਹੋਇਆ, ਤੁਹਾਨੂੰ ਸਭ ਸੰਗਤਾਂ ਨੂੰ ਆਗਿਆ ਹੈ। ਪਿੱਛੋਂ ਕਿੱਲੀ ਵਾਲਾ ਹਰਨਾਮ ਸਿੰਘ ਬਹੁਤ ਉਦਾਸ ਹੋਇਆ ਜਦੋਂ ਸੰਗਤ ਚਲੀ ਗਈ। ਇੱਥੇ ਰਹਿਣ ਸਮੇਂ ਕਿੱਲੀ ਵਾਲੇ ਸਿੰਘ ਨੇ ਬੜੇ ਆਨੇ ਬਹਾਨੇ ਬਣਾਏ, ਉਕਤੀਆਂ ਜੁਗਤੀਆਂ ਵਰਤੀਆਂ, ਕੋਈ ਸਿਰੇ ਨਾ ਲੱਗੇ ਤੇ ਨਾ ਹੀ ਬਾਬਾ ਜੀ ਨੇ ਇੱਥੇ ਰਹਿਣ ਸਮੇਂ ਉਸ ਤੋਂ ਸਿਤਾਰ ਸੁਣੀ। ਅਖੀਰ ਨੂੰ 40 ਦਿਨ ਬਾਅਦ ਹੀ ਜਾਣ ਦੀ ਆਗਿਆ ਮਿਲੀ। ਫਿਰ ਜਦੋਂ ਵੀ ਕਲੇਰਾਂ ਤੋਂ ਸੰਗਤ ਭੁੱਚੋ ਆਵੇ ਤਾਂ ਬਾਅਦ ਵਿੱਚ ਇਸਨੇ ਆਉਣ ਦਾ ਹੌਸਲਾ ਨਾ ਕੀਤਾ। ਸਤਿਗੁਰ ਕੀ ਗਣਤੈ ਖੁਸੀਐ, ਦੁਖੇ ਦੁਖ ਵਿਹਾਏ। ਪਿੰਡ ਕੋਠਾ ਗੁਰੂ, ਜ਼ਿਲ੍ਹਾ ਬਠਿੰਡਾ। ਉੱਥੋਂ ਦਾ ਰਹਿਣ ਵਾਲਾ ਇੱਕ ਪ੍ਰੇਮੀ ਭਾਈ ਕਿਸ਼ਨ ਸਿੰਘ ਰਾਜਾ ਸਿੱਖ, ਸ਼੍ਰੀਮਾਨ 108 ਸੰਤ ਬਾਬਾ ਮਹਾ ਹਰਨਾਮ ਸਿੰਘ ਜੀ ਦਾ ਪਰਮ ਸ਼ਰਧਾਲੂ ਸੀ। ਭਾਵੇਂ ਪਿੰਡ ਕੋਠਾ ਤੋਂ ਭੁੱਚੋ ਦਾ ਰਸਤਾ ਬੜਾ ਵਿਖੜਾ ਸੀ, ਪਰ ਫਿਰ ਵੀ ਭਾਈ ਕਿਸ਼ਨ ਸਿੰਘ ਸਾਲ ਵਿੱਚ 1-2 ਵਾਰ ਦਰਸ਼ਨ ਕਰਨ ਆਇਆ ਕਰਦਾ ਸੀ। ਇੱਕ ਸਮੇਂ ਕਿਸ਼ਨ ਸਿੰਘ ਨੇ ਬਾਬਾ ਜੀ ਕੋਲ ਬੇਨਤੀ ਕੀਤੀ ਕਿ ਮਹਾਰਾਜ, ਘਰ ਵਿੱਚ ਗਰੀਬੀ ਹੈ, ਕਿਰਪਾ ਕਰੋ, ਘਰ ਦੀ ਗਰੀਬੀ ਖਤਮ ਕਰ ਦਿਓ। ਸ਼੍ਰੀ ਸੰਤ ਮਹਾਰਾਜ ਜੀ ਨੇ ਵਿਚਾਰ ਕੀਤਾ ਤੇ ਤਾਰੀਖ ਨਿਯਤ ਕਰਕੇ ਮੁੜ ਕੇ ਆਉਣ ਦਾ ਸਮਾਂ ਦੱਸ ਦਿੱਤਾ। ਇਸ ਦਿਨ ਆਉਣਾ, ਕੋਈ ਵਿਚਾਰ ਕਰਾਂਗੇ। ਕਿਸੇ ਘਰੋਗੀ ਕੰਮਾਂ ਕਾਰਨ ਭਾਈ ਕਿਸ਼ਨ ਸਿੰਘ ਦਿੱਤੇ ਹੋਏ ਦਿਨ 'ਤੇ ਨਾ ਪੁੱਜ ਸਕਿਆ।
ਕਈ ਦਿਨ ਮਗਰੋਂ ਪਛੜ ਕੇ ਗਿਆ ਤੇ ਮਹਾਂਪੁਰਖਾਂ ਨੂੰ ਨਮਸਕਾਰ ਕਰਕੇ ਬੈਠ ਗਿਆ। ਸ਼੍ਰੀ ਸੰਤ ਮਹਾਰਾਜ ਜੀ ਬੋਲੇ ਕਿ ਪ੍ਰੇਮੀਆਂ, ਜਿਹੜਾ ਦਿਨ ਤੈਨੂੰ ਆਉਣ ਨੂੰ ਦਿੱਤਾ ਸੀ ਉਸ ਤੋਂ ਪਛੜ ਕਿਉਂ ਗਿਆ? ਭਾਈ ਕਿਸ਼ਨ ਸਿੰਘ ਜੀ ਨੇ ਆਪਣੀ ਪੇਂਡੂ ਬੋਲੀ ਵਿੱਚ ਹੱਥ ਜੋੜ ਕੇ ਕਿਹਾ, ਜੀ ਕੁਝ ਢਿੱਲ ਮਿਸ ਪਛੜਾ ਹੋ ਹੀ ਗਿਆ। ਤਾਂ ਬਾਬਾ ਜੀ ਬੋਲੇ ਕਿ ਹੁਣ ਤਾਂ ਢਿੱਲ ਮਿਸ ਹੀ ਰਹੇਗੀ। ਸੋ ਹੁਣ ਤੱਕ ਵੀ ਇਸ ਪਰਿਵਾਰ ਵਿੱਚ ਆਲਸ ਗਰੀਬੀ ਬਹੁਤ ਰਹੀ, ਪਰ ਮਹਾਂਪੁਰਖਾਂ ਦੀ ਸੰਗਤ ਕਰਕੇ ਇਸ ਪਰਿਵਾਰ ਦੇ ਜੀ ਨਿਮਰਤਾ ਵਾਲੇ, ਧਰਮੀ, ਸਤੋਗੁਣੀ ਸੁਭਾਅ ਦੇ ਰਹੇ ਹਨ। ਹੁਣ ਇਹ ਪਰਿਵਾਰ ਚੰਗੀ ਜ਼ਿਮੀਂਦਾਰੀ ਕਰ ਰਿਹਾ ਹੈ। ਪਰਿਵਾਰ ਦਾ ਮੁਖੀ ਭਾਈ ਜਗਮੀਤ ਸਿੰਘ ਸਤੋਗੁਣੀ ਨਿਮਰਤਾ ਵਾਲਾ ਹੈ। ਸੇਵਕ ਕਉ ਸੇਵਾ ਬਨ ਆਈ। ਇੱਕ ਸਮੇਂ ਹਜ਼ੂਰ ਨੇ ਭਾਈ ਨੀਲਾ ਸਿੰਘ ਨੂੰ ਹਜ਼ੂਰੀ ਵਿੱਚ ਸੱਦ ਕੇ ਹੁਕਮ ਕੀਤਾ ਕਿ ਤੂੰ 2 ਸੇਵਾਦਾਰ ਪਿੰਡ ਵਿੱਚੋਂ ਆਪਣੇ ਨਾਲ ਲੈ ਜਾ ਅਤੇ ਮਹਾਰਾਜ ਪਿੰਡ ਵਿੱਚ ਮਹਿਰਿਆਂ ਦੀ ਭੱਠੀ ਵਿੱਚ ਇੱਕ ਕੁੱਤੀ ਸੂਈ ਹੈ, ਕਾਲੇ ਰੰਗ ਦੀ। ਉਸ ਦੇ 12 ਕਤੂਰੇ ਹਨ, 4 ਕਤੂਰੀਆਂ ਹਨ। ਬੱਚਿਆਂ ਨੂੰ ਟੋਕਰੇ ਵਿੱਚ ਪਾ ਲੈਣਾ ਤੇ ਕੁੱਤੀ ਦੇ ਗਲ ਰੱਸਾ ਪਾ ਕੇ ਲੈ ਆ। ਉਹ ਕੁੱਤੀ ਵੱਢਦੀ ਹੈ, ਖਿਆਲ ਰੱਖਣਾ। ਉਪਰੰਤ ਹੁਕਮ ਮੰਨ ਕੇ ਸੇਵਕ ਚਲੇ ਗਏ। ਵੱਡਾ ਪਿੰਡ ਸੀ, ਖਾਸ ਥਾਂ ਦੀ ਨਿਸ਼ਾਨੀ ਕੋਈ ਦੱਸੀ ਨਹੀਂ ਸੀ। ਸੇਵਕ ਹੁਕਮ ਮੰਨ ਕੇ ਚਲੇ ਗਏ। ਕਈ ਭੱਠੀਆਂ ਵਿੱਚ ਭਾਲ ਕੀਤੀ, ਪਰ ਕੋਈ ਪਤਾ ਨਾ ਲੱਗ ਸਕਿਆ। ਨਗਰ ਦੇ ਲੋਕਾਂ ਨੇ ਲਗਾਤਾਰ ਕਈ ਦਿਨ ਤੋਂ ਨਵੇਂ ਬੰਦੇ ਫਿਰਦੇ ਵੇਖ ਕੇ ਪਹਿਲਾਂ ਕੁਝ ਗੌਰ ਨਾ ਕੀਤੀ। ਅਖੀਰ ਉਸ ਦਿਨ ਪੁੱਛ ਹੀ ਲਿਆ ਕਿ ਬਈ ਸਿੱਖੋ, ਤੁਸੀਂ ਕਿਸ ਪਿੰਡ ਤੋਂ ਆਏ ਹੋ ਅਤੇ ਕਿਸ ਨੂੰ ਭਾਲਦੇ ਹੋ? ਇਹਨਾਂ ਨੇ ਜਦੋਂ ਆਪਣੀ ਬਾਬਤ ਦੱਸਿਆ ਤੇ ਉਹ ਲੋਕ ਸੁਣ ਕੇ ਹੈਰਾਨ ਹੋਏ। ਫਿਰ ਨਗਰ ਵਾਸੀਆਂ ਨੇ ਇਹਨਾਂ ਦੀਆਂ ਗੱਲਾਂ ਉੱਤੇ ਹੈਰਾਨਗੀ ਪ੍ਰਗਟ ਕੀਤੀ ਅਤੇ ਹੱਸਣ ਲੱਗੇ ਕਿ ਸੰਤਾਂ ਨੇ ਇੱਕ ਕੁੱਤੀ ਵਾਸਤੇ ਇਤਨੇ ਦਿਨਾਂ ਤੋਂ ਕਈ ਬੰਦੇ ਪੁੱਛੋ ਤੋਂ ਭੇਜੇ ਹਨ, ਅਤੇ ਕਹਿਣ ਲੱਗੇ, ਪ੍ਰੇਮੀਓ, ਵੱਡਾ ਪਿੰਡ ਹੈ, ਇਸ ਤਰ੍ਹਾਂ ਤੁਹਾਨੂੰ ਪਤਾ ਨਹੀਂ ਲੱਗਣਾ ਤੇ ਤੁਸੀਂ ਪਿੱਛੇ ਵਾਪਸ ਮੁੜ ਜਾਓ। ਪਰ ਨੀਲਾ ਸਿੰਘ ਨੇ ਕੁੱਤੀ ਲਏ ਬਿਨਾਂ ਮੁੜਨ ਤੋਂ ਇਨਕਾਰ ਕਰ ਦਿੱਤਾ। ਕੁਝ ਸਮਝਦਾਰ ਬੰਦਿਆਂ ਨੇ ਪਹਿਲਾਂ ਤਾਂ ਇਹਨਾਂ ਨੂੰ ਰੋਟੀ ਪਾਣੀ ਪੁੱਛਿਆ। ਇਹਨਾਂ ਨੇ ਕਿਹਾ, ਸਾਨੂੰ ਉਹਨਾਂ ਮਹਾਂਪੁਰਖਾਂ ਨੇ ਕੁੱਤੀ ਦੀ ਖਾਸ ਤਾਕੀਦ ਕੀਤੀ ਹੈ ਤੇ ਜ਼ਰੂਰ ਲੱਭ ਕੇ ਲੈ ਜਾਣੀ ਹੈ, ਤੇ ਰੋਟੀ ਗੁਰਦੁਆਰੇ ਤੋਂ ਖਾਂਦੇ ਰਹੇ ਹਾਂ ਤੇ ਉੱਥੇ ਰਾਤ ਨੂੰ ਜਾ ਕੇ ਖਾਵਾਂਗੇ। ਉਪਰੰਤ ਕੁਝ ਬੰਦੇ ਪਿੰਡ ਤੋਂ ਵੀ ਨਾਲ ਮਿਲ ਗਏ। ਅਖੀਰ ਉੱਤੇ ਇੱਕ ਭੱਠੀ ਵਿੱਚੋਂ ਉਸੇ ਰੰਗ ਦੀ ਕੁੱਤੀ ਮਿਲ ਹੀ ਗਈ। ਉਪਰੰਤ ਉਸ ਨੂੰ ਬੜੀ ਮੁਸ਼ਕਲ ਨਾਲ ਫੜ ਕੇ ਸਾ ਗਲ ਪਾ ਕੇ ਟੋਕਰੇ ਵਿੱਚ ਰੱਖ ਕੇ ਪੁੱਛੋ ਪਹੁੰਚ ਗਏ। ਜਿਸ ਸਮੇਂ ਹਜ਼ੂਰ ਦੇ ਅਸਥਾਨ ਦੇ ਨੇੜੇ ਪਹੁੰਚੇ, ਦੂਰੋਂ ਟਿੱਲੇ ਉੱਤੋਂ ਵੇਖ ਕੇ ਬਾਬਾ ਜੀ ਨੇ ਬਚਨ ਕੀਤਾ, ਨੀਲਾ ਸਿਆਂ, ਇਸ ਨੂੰ ਇੱਕ ਸੇਰ ਦੁੱਧ ਪਿਆਓ, ਇਸ ਦਾ ਘੋਰਣਾ ਬਣਾਓ, ਇਸ ਦੇ ਬੱਚੇ ਉੱਥੇ ਰੱਖੋ। ਹੁਕਮ ਅਨੁਸਾਰ ਇਵੇਂ ਹੀ ਕੀਤਾ ਗਿਆ। ਫਿਰ ਆਪ ਹੀ ਬਚਨ ਕੀਤਾ ਕਿ ਇਹ ਪਿਛਲੇ ਜਨਮ ਵਿੱਚ ਕਿਸੇ ਸਾਧੂ ਦੀ ਘਰਵਾਲੀ ਸੀ, ਪਰ ਉਸ ਦੀ ਆਗਿਆਕਾਰ ਨਹੀਂ ਸੀ। ਉਸ ਦੀ ਬੰਦਗੀ ਵਿੱਚ ਵਿਘਨ ਪਾਉਂਦੀ ਸੀ। ਉਸ ਦੇ ਬਚਨ ਨਾਲ ਇਸ ਨੂੰ ਇਹ ਜਨਮ ਮਿਲਿਆ। ਹੁਣ ਇਸ ਦਾ ਕਲਿਆਣ ਹੋਏਗਾ। ਉਸ ਕੁੱਤੀ ਦਾ ਪਰਿਵਾਰ ਬੇਅੰਤ ਵਧਿਆ ਅਤੇ ਹੁਣ ਵਾਲੇ ਕੁੱਤੇ ਉਸ ਦੇ ਪਰਿਵਾਰ ਵਿੱਚੋਂ ਹੀ ਹਨ। ਸਾਈ ਕਾਰ ਕਮਾਵਣੀ ਧੁਰ ਛੋਡੀ ਤਿੰਨੇ ਪਾਏ। ਸੰਤ ਬਹਾਲ ਸਿੰਘ ਜੱਸੀ ਪਾਉਂ ਵਾਲੇ ਇੱਕ ਵਾਰ ਦਰਸ਼ਨ ਕਰਨ ਆਏ। ਬਾਬਾ ਮਹਾਂ ਹਰਨਾਮ ਸਿੰਘ ਜੀ ਨੇ ਕਿਹਾ, ਬਹਾਲ ਦਾਸਾ, ਘੱਗਰ ਨਦੀ ਉੱਤੇ ਪੁਲ ਬਣਾਉਣਾ ਹੈ। ਜਦੋਂ ਪਾਣੀ ਦਾ ਚੜ੍ਹਾਅ ਆਉਂਦਾ ਹੈ, ਉੱਥੇ ਨਦੀ ਵਿੱਚ ਬੇੜੀ ਪੈਂਦੀ ਹੈ। ਉਸ ਵੇਲੇ ਮੁਸਲਮਾਨ ਮਲਾਹ ਲੜਕੀਆਂ ਨੂੰ ਬੇਪਰਦਾ ਕਰਨ ਲਈ ਬੇੜੀ ਚੜ੍ਹਨ ਵੇਲੇ ਬੇੜੀ ਕਿਨਾਰੇ ਉੱਤੇ ਲਾਉਣ ਦੀ ਥਾਂ ਪਾਣੀ ਵਿੱਚ ਹੀ ਖੜੇ ਕਰ ਲੈਂਦੇ ਹਨ, ਤੇ ਨੌਜਵਾਨ ਲੜਕੀਆਂ ਲਈ ਉਸ ਸਮੇਂ ਬਹੁਤ ਔਖਿਆਈ ਹੁੰਦੀ ਹੈ।
ਤੇ ਉੱਥੇ ਜਾ ਕੇ ਕੋਲ ਰਹਿ ਕੇ ਪੁਲ ਤਿਆਰ ਕਰਵਾਉਣਾ ਹੈ। ਜਿੰਨੀ ਦੇਰ ਪੁਲ ਨਾ ਬਣੇ ਉੱਥੇ ਹੀ ਰਹੀਂ ਤੇ ਤਿਆਰ ਕਰਵਾ ਕੇ ਮੁੜਨਾ ਹੈ। 7 ਬਚਨ ਕਰਕੇ ਬਹਾਲਦਾਸ ਜੀ ਉੱਥੇ ਪਹੁੰਚ ਗਏ। ਹੌਲੀ ਹੌਲੀ ਪੁਲ ਤਿਆਰ ਕਰਵਾਉਣਾ ਆਰੰਭ ਕਰ ਦਿੱਤਾ। ਹਰ ਸਮੇਂ ਹੁਕਮ ਵਿੱਚ ਰਹਿਣ ਵਾਲੇ ਅਤੇ ਹੁਕਮ ਮੰਨ ਕੇ ਸੇਵਾ ਕਰਕੇ ਸਭ ਕੁਝ ਪ੍ਰਾਪਤ ਕਰਨ ਵਾਲਿਆਂ ਕੋਲ ਭਾਵੇਂ ਦੁਨਿਆਵੀ ਸਮਾਨ ਨਾ ਵੀ ਕੁਝ ਹੋਵੇ, ਪਰ ਨਿਰੰਕਾਰ ਵੱਲੋਂ ਜਿਵੇਂ ਬਾਣੀ ਵਿੱਚ ਦੱਸਿਆ ਹੈ, ਸਗਲ ਸਰੰਜਾਮ ਕਰੇ ਪ੍ਰਭ ਆਪੈ। ਪਰ ਥੋੜ੍ਹੇ ਹੀ ਸਮੇਂ ਵਿੱਚ ਪੁਲ ਤਿਆਰ ਹੋ ਗਿਆ। ਉਪਰੰਤ ਬਾਬਾ ਜੀ ਪਾਸ ਆ ਕੇ ਨਮਸਕਾਰ ਕਰਕੇ ਸਾਰੀ ਬੇਨਤੀ ਕੀਤੀ ਕਿ ਮਹਾਰਾਜ ਪੁਲ ਤਿਆਰ ਹੋ ਗਿਆ ਹੈ। ਸੁਣ ਕੇ ਹਜ਼ੂਰ ਬੜੇ ਪ੍ਰਸੰਨ ਅਤੇ ਸੰਤ ਬਹਾਲ ਦਾਸ ਜੀ ਨੂੰ ਪ੍ਰਸੰਨਤਾ ਬਖਸ਼ ਕੇ ਸੁੱਧ ਹੈ ਦਾ ਬਚਨ ਕੀਤਾ।